Good morning students today's our topic is type of budget deficit and their measures। देखो ਆਪਾਂ ਪਹਿਲਾਂ ਕੀਤਾ ਸੀ ਕੰਪੋਨੈਂਟ ਆਫ ਬਜਟ ਦੇ ਕੀ ਕੰਪੋਨੈਂਟ ਸੀ। ਹੁਣ ਅਗਰ ਆਪਾਂ ਅੱਜ ਪੜਾਂਗੇ ਕਿ ਜਿਹੜਾ ਬਜਟ ਦੇ ਡੈਫੀਸਿਟ ਜਾ ਰਿਹਾ ਘਾਟਾ ਜਾ ਰਿਹਾ ਉਹ ਕਿਉਂ ਜਾ ਰਿਹਾ ਵੈ, ਕੀ ਕਾਰਨ ਨੇ ਕਿ ਆਪਣੇ ਬਜਟ ਦੇ ਡੈਫੀਸਿਟ ਹੈ। ਰਿਵੈਨਿਊ ਆਪਾਂ ਦੇਖੋ ਕੰਪੋਨੈਂਟਸ ਪੜਿਆ ਸੀ, ਰਿਵੈਨਿਊ ਰਿਸਿਪਟ, ਕੈਪੀਟਲ ਰਿਸਿਪਟ, ਰਿਵੈਨਿਊ ਐਕਸਪੈਂਡੀਚਰ, ਕੈਪੀਟਲ ਐਕਸਪੈਂਡੀਚਰ, ਇਹ ਚਾਰ ਚੀਜ਼ਾਂ ਹੀ ਸੀ। ਇਹਨਾਂ ਚਾਰ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਕਿਸ ਚੀਜ਼ ਦੇ ਵਿੱਚ ਘਾਟਾ ਪਿਆ ਜਿਹਦੇ ਕਰਕੇ ਆਪਣਾ ਬਜਟ ਕੀ ਹੈ ਡੈਫੀਸਿਟ ਦਾ ਚਲਾ ਗਿਆ। ਠੀਕ ਹੈ, ਵੈਸੇ ਤਾਂ ਹੁਣ ਜੇ ਟਾਈਪ ਆਫ ਬਜਟ ਆ ਜਾਂਦਾ ਤੇ ਤਿੰਨ ਤਰ੍ਹਾਂ ਦਾ ਹੁੰਦਾ ਵੈ। ਇੱਕ ਹੁੰਦਾ ਆਪਣਾ ਸਰਪਲਸ ਬਜਟ, ਠੀਕ ਹੈ, ਸਰਪਲਸ ਬਜਟ ਜਿਹਦੇ 'ਚ ਆਪਣਾ ਸਰਪਲਸ ਬਜਟ ਹੈ ਆਪ ਨੂੰ ਬੱਚਤ ਹੋ ਰਹੀ ਹੈ, ਇਟਸ ਮੀਨ ਕਿ ਆਪਣੀ ਰਿਵੈਨਿਊ ਜ਼ਿਆਦਾ ਐਕਸਪੈਂਡੀਚਰ ਨਾਲੋਂ। ਜੇ ਬੈਲੈਂਸ ਬਜਟ ਦਾ ਮਤਲਬ ਕੀ ਹੋ ਗਿਆ ਕਿ ਆਪਣਾ ਜਿੰਨਾ ਖਰਚਾ ਸੀ ਉਨੀ ਹੀ ਆਪਣੀ ਰਿਵੈਨਿਊ ਹੈ, ਦੋਵੇਂ ਇਕੁਅਲ ਨਹੀਂ, ਕੋਈ ਪ੍ਰੋਬਲਮ ਨਹੀਂ। ਡੈਫੀਸਿਟ ਬਜਟ ਦੇ ਵਿੱਚ ਕੀ ਹੁੰਦਾ ਕਿ ਆਪਣੇ ਐਕਸਪੈਂਡੀਚਰ ਜ਼ਿਆਦਾ ਹੋ ਗਿਆ, ਆਪਣੀ ਰਿਵੈਨਿਊ ਘੱਟ ਹੈ, ਯਾਨੀ ਕਿ ਸਾਨੂੰ ਇਨਕਮ ਤਾਂ ਘੱਟ ਬਣ ਰਹੀ ਹੈ ਲੇਕਿਨ ਸਾਡੇ ਖਰਚੇ ਕੀ ਹੋ ਰਹੇ ਨੇ, ਜ਼ਿਆਦਾ ਹੋ ਰਹੇ ਨੇ। ਹੁਣ ਇਹ ਤਿੰਨ ਤਰ੍ਹਾਂ ਦਾ ਹੁੰਦਾ ਵਾ ਰਿਵੈਨਿਊ ਜਿਹੜਾ ਡੈਫੀਸਿਟ ਬਜਟ ਹੈ। ਕਿਹੜੇ ਕਿਹੜੇ ਤਿੰਨ ਤਰ੍ਹਾਂ ਦਾ ਹੁੰਦਾ ਵੈ, ਠੀਕ ਹੈ। ਇੱਕ ਤਾਂ ਪਹਿਲਾ ਪੁਆਇੰਟ ਕੀ ਹੋ ਗਿਆ ਆਪਣਾ ਰਿਵੈਨਿਊ ਡੈਫੀਸਿਟ, ਦੂਸਰਾ ਹੁੰਦਾ ਵੈ ਫਿਸਕਲ ਡੈਫੀਸਿਟ, ਤੀਸਰਾ ਹੁੰਦਾ ਵੈ ਪ੍ਰਾਇਮਰੀ। ਸੋ ਇੱਕ ਵਾਰ ਸਮਝਣ 'ਚ ਤੁਹਾਨੂੰ ਥੋੜ੍ਹਾ ਹੀ ਲੱਗੂਗਾ ਕਿ ਜਦੋਂ ਸਮਝਾ ਰਹੀ ਹੋਗੀ ਕਿ ਤੁਹਾਨੂੰ ਔਖਾ ਲੱਗ ਰਿਹਾ ਹੋਏਗਾ, ਪਰ ਇਹ ਬਹੁਤ ਇੰਟਰਸਟਿੰਗ ਚੀਜ਼ ਹੈ ਅਤੇ ਬਹੁਤ ਸੌਖੀ ਹੈ ਜੇ ਕੋਈ ਦਿਮਾਗ 'ਚ ਬੈਠ ਗਈ, ਕਿਉਂਕਿ ਨਿਊਮੈਰੀਕਲ ਹੈ। ਇਹ ਤੁਹਾਨੂੰ ਵੈਸੇ ਮੈਂ ਥਿਊਰੀ ਤਾਂ ਕਰਵਾ ਰਹੀ ਤਾਂ ਤੁਹਾਨੂੰ ਅੱਛੀ ਤਰ੍ਹਾਂ ਅੰਡਰਸਟੈਂਡ ਹੋ ਜੇ, ਪਰ ਪੇਪਰ ਦੇ ਵਿੱਚ ਇਸ ਕੁਐਸਚਨ ਦਾ ਨਿਊਮੈਰੀਕਲ ਆਉਂਦਾ 4 ਮਾਰਕਸ ਦਾ, ਬਿਲਕੁਲ ਸਿੰਪਲ ਬੱਚਿਆਂ ਵਾਲੀ ਗੱਲ, ਜਿਵੇਂ ਪਲੱਸ ਮਾਈਨਸ ਕਰਨਾ। ਤੁਹਾਨੂੰ ਜਦੋਂ ਕਰਾਉਂਗਾ ਤੁਹਾਨੂੰ ਪਤਾ ਲੱਗ ਜੂਗਾ, ਸਭ ਕੁਛ ਤੁਹਾਨੂੰ ਆਲਰੇਡੀ ਗਿਵਨ ਹੋਏਗਾ, ਤੁਸੀਂ ਸਿਰਫ ਪਲੱਸ ਕਰਨੀ ਹੈ ਜਾਂ ਮਾਈਨਸ ਕਰਨੀ ਹੈ। ਤੁਹਾਨੂੰ ਫਾਰਮੂਲੇ ਮੈਂ ਦੱਸੂਗੀ ਕਿਵੇਂ, ਤੇ ਤੁਹਾਨੂੰ ਗਿਵਨ ਹੋਏਗਾ ਤੁਸੀਂ ਪਲੱਸ ਕਰਨਾ ਜਾਂ ਮਾਈਨਸ, ਬਸ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਤਿੰਨ ਤਰ੍ਹਾਂ ਦਾ ਹੁੰਦਾ ਹੈ ਰਿਵੈਨਿਊ ਡੈਫੀਸਿਟ, ਫਿਜ਼ੀਕਲ ਡੈਫੀਸਿਟ, ਤੀਸਰਾ ਕਿਹੜਾ ਹੁੰਦਾ ਆਪਣਾ ਪ੍ਰਾਇਮਰੀ ਡੈਫੀਸਿਟ। ਠੀਕ ਹੈ, ਅੱਜ ਆਪਾਂ ਇੱਕ ਹੀ ਡੈਫੀਸਿਟ ਕਰਾਂਗੇ, ਅੱਜ ਆਪਾਂ ਕਰਾਂਗੇ ਰਿਵੈਨਿਊ ਡੈਫੀਸਿਟ। ਕਿ ਰਿਵੈਨਿਊ ਡੈਫੀਸਿਟ ਕੀ ਹੁੰਦਾ ਹੈ, ਦੇਖੋ ਰਿਵੈਨਿਊ ਡੈਫੀਸਿਟ ਇਹਦੀ ਪਹਿਲਾਂ ਆਹ ਦੇਖੋ ਟੇਬਲ ਬਣਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਡੈਫੀਸਿਟ ਦਾ, ਕਿ ਤਿੰਨ ਤਰ੍ਹਾਂ ਦਾ ਹੁੰਦਾ ਵੈ ਰਿਵੈਨਿਊ ਡੈਫੀਸਿਟ, ਫਿਜ਼ੀਕਲ ਡੈਫੀਸਿਟ, ਤੀਸਰਾ ਕਿਹੜਾ ਹੋ ਗਿਆ ਪ੍ਰਾਇਮਰੀ ਡੈਫੀਸਿਟ। ਠੀਕ ਹੈ, ਬਜਟ ਡੈਫੀਸਿਟ ਇਜ਼ ਦਾ ਐਕਸੈਸ ਆਫ ਟੋਟਲ ਐਕਸਪੈਂਡੀਚਰ ਬੋਥ ਰਿਵੈਨਿਊ ਐਂਡ ਕੈਪੀਟਲ, ਦੋਵਾਂ ਦੇ ਵਿੱਚ ਕਿ ਸਾਡੇ ਖਰਚੇ ਜ਼ਿਆਦਾ ਹੋ ਗਏ ਟੋਟਲ ਰਿਸਿਪਟ ਨਾਲੋਂ। ਜਦੋਂ ਸਾਡੇ ਖਰਚੇ ਕੀ ਹੈ ਸਾਡੇ ਟੋਟਲ ਰਿਸਿਪਟ ਨਾਲੋਂ ਜ਼ਿਆਦਾ ਹੋ ਜਾਂਦੇ ਨੇ ਤਾਂ ਉਦੋਂ ਆਪਾਂ ਕਹਾਂਗੇ ਸਾਨੂੰ ਕੀ ਹੈ ਘਾਟਾ ਜਾ ਰਿਹਾ। ਠੀਕ ਹੈ, ਇਹਨਾਂ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੁੰਦਾ ਵੈ, ਠੀਕ ਹੈ, ਇਹ ਮੈਂ ਤੁਹਾਨੂੰ ਨਾਲ ਐਕਸਪਲੇਨ ਕਰਦੀ ਜਾਊਂਗੀ, ਵੈਸੇ ਤੁਸੀਂ ਕੋਈ ਲਿਖ ਲਓ ਸਾਰਾ। ਰਿਵੈਨਿਊ ਡੈਫੀਸਿਟ ਨੂੰ ਫਾਰਮੂਲਾ ਕੀ ਹੁੰਦਾ ਵੈ, ਟੋਟਲ ਰਿਵੈਨਿਊ ਐਕਸਪੈਂਡੀਚਰ ਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ ਟੋਟਲ ਰਿਵੈਨਿਊ ਰਿਸਿਪਟ, ਕਿਉਂਕਿ ਆਪਾਂ ਰਿਵੈਨਿਊ ਡੈਫੀਸਿਟ ਕੱਢ ਰਹੇ ਨਾ, ਤਾਂ ਰਿਵੈਨਿਊ ਐਕਸਪੈਂਡੀਚਰ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਕੀ ਹੁੰਦਾ ਵੈ, ਤੇ ਰਿਵੈਨਿਊ ਰਿਸਿਪਟ ਵੀ ਆਪਾਂ ਨੂੰ ਪਤਾ ਕੀ ਹੁੰਦਾ ਹੈ। ਰਿਵੈਨਿਊ ਰਿਸਿਪਟ ਕੀ ਹੁੰਦੀ ਹੈ ਆਪਣੀ, ਕਿ ਜਿਹੜੀ ਇਨਕਮ ਸਾਨੂੰ ਟੈਕਸ ਤੋਂ ਮਿਲ ਰਹੀ ਹੈ ਜਾਂ ਨੋਨ ਟੈਕਸ ਤੋਂ ਮਿਲ ਰਹੀ ਹੈ। ਤੇ ਇਸੇ ਤਰ੍ਹਾਂ ਹੀ ਟੋਟਲ ਰਿਵੈਨਿਊ ਐਕਸਪੈਂਡੀਚਰ ਕੀ ਹੁੰਦਾ ਹੈ, ਇੱਕ ਇਸ ਤਰ੍ਹਾਂ ਦਾ ਖਰਚਾ ਜਿਹਦੇ ਤੋਂ ਗਵਰਨਮੈਂਟ ਨੂੰ ਕੋਈ ਵੀ ਕੀ ਹੈ, ਨਾ ਤਾਂ ਗਵਰਨਮੈਂਟ ਦੀ ਲਿਬਿਲਿਟੀ ਘਟੀ ਹੈ, ਨਾ ਹੀ ਗਵਰਨਮੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਪਰਟੀ ਕ੍ਰੀਏਟ ਹੋਈ ਹੈ, ਜਿਵੇਂ ਸੈਲਰੀ ਵਗੈਰਾ, ਸਕੋਲਰਸ਼ਿਪ ਹੋ ਗਈ, ਪੈਨਸ਼ਨ ਵਗੈਰਾ ਹੋ ਗਈ, ਇਸ ਤਰ੍ਹਾਂ ਦੇ ਖਰਚੇ ਜਿਹੜੇ ਗਵਰਨਮੈਂਟ ਕਰਦੀ ਹੈ। ਤਾਂ ਗਵਰਨਮੈਂਟ ਨੂੰ ਕੀ ਹੁੰਦਾ ਹੈ ਕਿ ਕਈ ਵਾਰ ਟੈਕਸ ਤੋਂ ਇਨਕਮ ਇੰਨੀ ਜਨਰੇਟ ਨਹੀਂ ਹੁੰਦੀ ਗੀ, ਇੰਨੀ ਇਨਕਮ ਨਹੀਂ ਬਣਦੀ ਜਿੰਨੀ ਗਵਰਨਮੈਂਟ ਦੀ ਸੈਲਰੀ ਦੇ ਵਿੱਚ ਚਲੀ ਜਾਂਦੀ ਹੈ, ਜਾਂ ਪੈਨਸ਼ਨ 'ਚ ਚਲੀ ਜਾਂਦੀ ਹੈ, ਸਕੋਲਰਸ਼ਿਪ ਦੇ ਵਿੱਚ ਚਲੀ ਜਾਂਦੀ ਹੈ। ਤਾਂ ਹੀ ਕਹਿੰਦੇ ਜੇ ਆਪਾਂ ਪ੍ਰੋਪਰ ਆਪਣੇ ਟੈਕਸ ਪੇ ਕਰਾਂਗੇ ਤਾਂ ਆਪਣਾ ਜਿਹੜਾ ਰਿਵੈਨਿਊ ਆ ਉਹ ਡੈਫੀਸਿਟ ਦਾ ਬਣੇਗਾ ਹੀ ਨਹੀਂ। ਡੈਫੀਸਿਟ ਤਾਂ ਹੀ ਹੁੰਦਾ ਨਾ, ਰਿਵੈਨਿਊ ਡੈਫੀਸਿਟ ਘੱਟ ਚਲਾ ਗਿਆ ਕਿ ਗਵਰਨਮੈਂਟ ਨੇ ਸੋਚਿਆ ਸੀ ਕਿ ਮੈਨੂੰ ਇੰਨਾ ਟੈਕਸ ਥਰੂ ਇੰਨੀ ਇਨਕਮ ਆਏਗੀ, ਉਸ ਇਨਕਮ ਦੇ ਵਿੱਚੋਂ ਮੈਂ ਇੰਨੀ ਸੈਲਰੀ ਦੇ ਦੂੰਗਾ, ਇੰਨੀ ਸਕੋਲਰਸ਼ਿਪ ਦੇ ਦੂੰ, ਇੰਨੀ ਪੈਨਸ਼ਨ ਦਊਂ, ਇੰਨੀ ਸਬਸਿਡੀਜ਼ ਦੇ ਦੂੰਗਾ, ਤਾਂ ਹੀ ਗਵਰਨਮੈਂਟ ਸਕੀਮਸ ਲਗਾਈ ਹੋਈ ਹੈ ਨਾ। ਪਰ ਜਦੋਂ ਆਪਾਂ ਟੈਕਸ ਹੀ ਨਹੀਂ ਪੇ ਕਰਦੇ ਤਾਂ ਫਿਰ ਗਵਰਨਮੈਂਟ ਕੋਲ ਰਿਵੈਨਿਊ ਐਕਸਪੈਂਡੀਚਰ ਕਰਨ ਦੇ ਲਈ ਇੰਨੀ ਇਨਕਮ ਜਨਰੇਟ ਨਹੀਂ ਹੁੰਦੀ, ਤਾਂ ਮਜਬੂਰ ਹੋ ਕੇ ਫਿਰ ਗਵਰਨਮੈਂਟ ਨੂੰ ਕੀ ਲੈਣਾ ਪੈਂਦਾ ਵੈ, ਉਧਾਰ ਲੈਣਾ ਪੈਂਦਾ ਹੈ, ਬੋਰੋ ਕਰਨੇ ਪੈਂਦੇ ਆ ਪੈਸੇ, ਜਾਂ ਕੀ ਹੁੰਦਾ ਕਿ ਗਵਰਨਮੈਂਟ ਨੂੰ ਆਪਣੀ ਕੋਈ ਪ੍ਰੋਪਰਟੀ ਵੇਚਣੀ ਪੈਂਦੀ ਹੈ। ਉਹ ਆਪਣੇ ਅਗਲੇ 2 ਸਟੈਪ 'ਚ ਆਊਗਾ, ਫਿਜ਼ੀਕਲ ਡੈਫੀਸਿਟ ਤੇ ਪ੍ਰਾਇਮਰੀ ਵਿੱਚ, ਉਹ ਆਪਾਂ ਡਿਸਕਸ ਨਹੀਂ ਕਰਦੇ, ਫਿਰ ਆਪਣਾ ਸਟੈਪ ਲੌਂਗਾ ਹੋ ਜਾਊਗਾ। ਅੱਜ ਸਿਰਫ ਆਪਾਂ ਰਿਵੈਨਿਊ ਡੈਫੀਸਿਟ ਕਰਦੇ ਹਾਂ, ਉਂਝ ਮੈਂ ਤੁਹਾਨੂੰ ਐਕਸਪਲੇਨ ਕਰਤਾ। ਠੀਕ ਹੈ, ਕਿਉਂਕਿ ਤੁਹਾਨੂੰ ਰਿਵੈਨਿਊ ਐਕਸਪੈਂਡੀਚਰ ਵੀ ਪਤਾ ਕੀ ਹੁੰਦਾ ਵੈ, ਤੇ ਰਿਵੈਨਿਊ ਰਿਸਿਪਟ ਵੀ ਪਤਾ ਹੈ। ਰਿਸਿਪਟ ਮਤਲਬ ਜਿਹੜੀ ਆਪਣੀ ਇਨਕਮ ਟੈਕਸ ਤੋਂ ਮਿਲਦੀ ਹੈ, ਰਿਵੈਨਿਊ ਐਕਸਪੈਂਡੀਚਰ ਇੱਕ ਇਸ ਤਰ੍ਹਾਂ ਦਾ ਖਰਚਾ ਨਾ ਤਾਂ ਗਵਰਨਮੈਂਟ ਦੀ ਲਿਬਿਲਿਟੀ ਕ੍ਰੀਏਟ ਹੋਈ ਹੈ, ਨਾ ਘਟੀ ਹੈ, ਤੇ ਨਾ ਹੀ ਗਵਰਨਮੈਂਟ ਦੀ ਕੋਈ ਪ੍ਰੋਪਰਟੀ ਬਣੀ ਹੈ। ਰਿਵੈਨਿਊ ਡੈਫੀਸਿਟ ਮੀਨਿੰਗ ਦੇਖ ਲਓ, ਰਿਵੈਨਿਊ ਡੈਫੀਸਿਟ ਇਜ਼ ਐਕਸੈਸ ਆਫ ਟੋਟਲ ਰਿਵੈਨਿਊ ਐਕਸਪੈਂਡੀਚਰ ਆਫ ਦਾ ਗਵਰਨਮੈਂਟ ਓਵਰ ਇਟ ਟੋਟਲ ਰਿਵੈਨਿਊ ਰਿਸਿਪਟ। ਠੀਕ ਹੈ, ਕੀ ਹੋ ਗਿਆ ਕਿ ਰਿਵੈਨਿਊ ਡੈਫੀਸਿਟ ਐਕਸੈਸ ਆਫ ਟੋਟਲ ਰਿਵੈਨਿਊ ਐਕਸਪੈਂਡੀਚਰ, ਜਾਨੀ ਕਿ ਗਵਰਨਮੈਂਟ ਦਾ ਟੋਟਲ ਰਿਵੈਨਿਊ ਐਕਸਪੈਂਡੀਚਰ ਜ਼ਿਆਦਾ ਹੋ ਗਿਆ ਕਿੰਦੇ ਨਾਲੋਂ, ਟੋਟਲ ਰਿਵੈਨਿਊ ਰਿਸਿਪਟ ਨਾਲੋਂ। ਇਟ ਇਜ਼ ਰਿਲੇਟ ਟੂ ਓਨਲੀ ਰਿਵੈਨਿਊ ਐਕਸਪੈਂਡੀਚਰ ਐਂਡ ਰਿਵੈਨਿਊ ਰਿਸਿਪਟ ਆਫ ਦਾ ਗਵਰਨਮੈਂਟ। ਇਹਨੂੰ ਆਪਾਂ ਰਿਲੇਟ ਕਰਦੇ ਹਾਂ ਰਿਵੈਨਿਊ ਡੈਫੀਸਿਟ ਨੂੰ, ਸਿਰਫ 2 ਹੀ ਚੀਜ਼ਾਂ ਲੈਣੀਆਂ ਇਹਦੇ ਵਿੱਚ, ਰਿਵੈਨਿਊ ਐਕਸਪੈਂਡੀਚਰ ਦੇ ਵਿੱਚ ਰਿਸਿਪਟ ਦੇ ਵਿੱਚੋਂ ਰਿਵੈਨਿਊ ਐਕਸਪੈਂਡੀਚਰ ਮਾਈਨਸ ਕਰ ਦਿੰਦੇ ਹਾਂ। ਹੁਣ ਦੇਖੋ ਨਿਊਮੈਰੀਕਲ ਤੁਹਾਨੂੰ ਪੇਪਰ ਦੇ ਵਿੱਚ ਕੀ ਆਏਗਾ, ਰਿਵੈਨਿਊ ਡੈਫੀਸਿਟ ਕੱਢੋ, 4 ਨੰਬਰ ਦਾ ਕੁਐਸਚਨ, ਤੁਹਾਨੂੰ ਕੀ ਹੈ ਰਿਵੈਨਿਊ ਐਕਸਪੈਂਡੀਚਰ ਵੀ ਦੱਸਿਆ ਹੋਊਗਾ ਕਿ ਕਿੰਨਾ, ਸਪੋਜ਼ 1000 ਹੈ, ਰਿਵੈਨਿਊ ਰਿਸਿਪਟ ਵੀ ਪਤਾ ਹੋਊਗਾ ਸਪੋਜ਼ 800 ਹੈ। ਠੀਕ ਹੈ, ਤੁਸੀਂ ਕੀ ਕਰਨਾ, ਦੋਵਾਂ ਨੂੰ ਮਾਈਨਸ ਕਰ ਦੇਣਾ, ਬਸ ਤੁਹਾਨੂੰ ਫਾਰਮੂਲਾ ਪਤਾ ਹੀ ਹੈ, ਤੁਹਾਨੂੰ ਫਾਰਮੂਲਾ ਪਤਾ ਹੈ ਨਾ ਕਿ ਟੋਟਲ ਰਿਵੈਨਿਊ ਦੇ ਵਿੱਚ ਟੋਟਲ ਰਿਵੈਨਿਊ ਰਿਸਿਪਟ ਮਾਈਨਸ ਕਰ ਦੇਣੀ ਹੈ, ਤੇ ਐਕਸਪੈਂਡੀਚਰ ਵੀ ਗਿਵਨ ਹੋਏਗਾ ਕਿ ਸਪੋਜ਼ 1000 ਹੈ, ਰਿਸਿਪਟ ਵੀ ਤੁਹਾਨੂੰ ਪਤਾ ਹੋਣਗੇ 800 ਹੈ, ਦੋਵਾਂ ਨੂੰ ਮਾਈਨਸ ਕਰ ਦੇਣਾ, 4 ਨੰਬਰ ਤੁਹਾਡੇ, ਕੁਛ ਨਹੀਂ ਕਰਨਾ, ਬਸ ਇਹ ਹੈ ਨਿਊਮੈਰੀਕਲ, ਸੌਖਾ ਹੈ ਨਾ।
Alternatively, the shortfall of total revenue receipt compared to total revenue expenditure is defined as revenue deficit. Short form ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ revenue receipt ਤੇ revenue expenditure ਦੋਵਾਂ ਨੂੰ ਕੀ ਕੀਤਾ ਜਾਂਦਾ ਹੈ ਕੰਪੇਅਰ ਕੀਤਾ ਜਾਂਦਾ ਹੈ ਠੀਕ ਹੈ ਅੱਗੇ revenue deficit significance that government on earning in sufficient to meet normal functioning of government department and provision of service ਕੀ ਹੋ ਗਿਆ ਕਿ ਰਿਵੈਨਿਊ ਡੈਫਿਸਿਟ ਕਿਹਦਾ ਸਿਗਨੀਫਿਕੈਂਸ ਹੈ ਦੈਟ ਗਵਰਨਮੈਂਟ ਦੀ ਜਿਹੜੀ ਅਰਨਿੰਗ ਹੋਣੀ ਸੀ ਇਨਕਮ ਹੋਣੀ ਸੀ ਇਨਸਫੀਸ਼ੀਐਂਟ ਹੈ ਜਿਹੜੇ ਗਵਰਨਮੈਂਟ ਨੇ ਆਪਣੇ ਨੋਰਮਲ ਫੰਕਸ਼ਨ ਕਰ ਰਹੀ ਸੀ ਉਹਦੇ ਵਿੱਚ ਇਨਸਫੀਸ਼ੀਐਂਟ ਹੈ ਤੇ ਕੀ ਹੋ ਗਿਆ ਰਿਵੈਨਿਊ ਡੈਫਿਸਿਟ ਰਿਜ਼ਲਟ ਇਨ ਬੋਰੋ ਸਪਲਾਈ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਰਿਵੈਨਿਊ ਡੈਫਿਸਿਟ ਹੋ ਜਾਂਦਾ ਤਾਂ ਉਹਦਾ ਰਿਜ਼ਲਟ ਕੀ ਨਿਕਲਦਾ ਗਵਰਨਮੈਂਟ ਨੂੰ ਕੁਝ ਪੈਸਾ ਉਹਨੂੰ ਉਧਾਰ ਲੈਣਾ ਪਊਗਾ ਹੁਣ ਜੇ ਖਰਚ ਹੋਇਆ ਵਾ ਇਨਕਮ ਨਹੀਂ ਆਈ ਤਾਂ ਖਰਚ ਪੂਰਾ ਤਾਂ ਕਿਤੋਂ ਕਰਨਾ ਹੀ ਪਏਗਾ ਨਾ ਤਾਂ ਗਵਰਨਮੈਂਟ ਕੀ ਇਹ ਪੈਸਾ ਉਧਾਰ ਲਏਗੀ ਵੈਨ ਗਵਰਨਮੈਂਟ ਸਪੈਂਡ ਮੋਰ ਦੈਨ ਵਟ ਇਟ ਕਲੈਕਟ ਬਾਈ ਵੇ ਆਫ ਰਿਵੈਨਿਊ ਜਿਹੜਾ ਵੀ ਉਹਦਾ ਰਿਵੈਨਿਊ ਨੂੰ ਕਲੈਕਟ ਕਰਨ ਦਾ ਜਿਹੜਾ ਵੀ ਵੇ ਹੈ ਜਦੋਂ ਉਸ ਥਰੂ ਉਹਨੂੰ ਉਨੀ ਇਨਕਮ ਜਨਰੇਟ ਨਹੀਂ ਹੁੰਦੀ ਜਿੰਨੀ ਉਹਨੂੰ ਚਾਹੀਦੀ ਹੈ ਤਾਂ ਗਵਰਨਮੈਂਟ ਨੂੰ ਪੈਸਾ ਫਿਰ ਉਧਾਰ ਲੈਣਾ ਪਏਗਾ ਹੁਣ ਤੁਸੀਂ ਵੀ ਸੋਚ ਲਓ ਤੁਹਾਡੀ ਮੰਥਲੀ ਇਨਕਮ 10,000 ਹੈ ਲੇਕਿਨ ਤੁਹਾਡਾ ਖਰਚਾ ਕਿੰਨਾ ਹੋ ਗਿਆ 15,000 ਹੁਣ ਜੇ ਪੈਸਾ ਖਰਚ ਕੀਤਾ ਹੈ ਪੈਸਾ ਕਿਤੋਂ ਤਾਂ ਆਇਆ ਹੀ ਹੈ ਜਾਂ ਤਾਂ ਤੁਸੀਂ ਪੈਸਾ ਕਮਾਇਆ ਹੈ ਜਾਂ ਤੁਸੀਂ ਆਪਣਾ ਪਿਛਲਾ ਪੈਸਾ ਜਿਹੜਾ ਸੇਵ ਕੀਤਾ ਸੀ ਉਹਨੂੰ ਯੂਜ਼ ਕੀਤਾ ਜਾਂ ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ ਜਾਂ ਤੁਸੀਂ ਪੈਸਾ ਉਧਾਰ ਲਿਆ ਬਸ ਆਹੀ ਚਾਰ ਚੀਜ਼ਾਂ ਹੋ ਸਕਦੀਆਂ ਨੇ ਜੇ ਪੈਸਾ ਖਰਚ ਕੀਤਾ ਪੈਸਾ ਕਿਤੋਂ ਤਾਂ ਆਇਆ ਹੀ ਹੈ ਨਾ ਜਾਂ ਤੁਸੀਂ ਕਮਾਇਆ ਜਾਂ ਤੁਸੀਂ ਉਧਾਰ ਲਿਆ ਜਾਂ ਤੁਸੀਂ ਆਪਣੀ ਕੋਈ ਚੀਜ਼ ਵੇਚਤੀ ਜਾਂ ਤੁਸੀਂ ਆਪਣੇ ਪਿਛਲੀਆਂ ਸੇਵਿੰਗਸ ਯੂਜ਼ ਕੀਤੀਆਂ ਐਂ ਇਹਦੇ ਵਿੱਚ ਹੁੰਦਾ ਵੈ ਹੁਣ ਗਵਰਨਮੈਂਟ ਤੇ ਆਪਾਂ ਕਹਿੰਦੇ ਨਾ ਕਰਜ਼ਾ ਚੜ ਗਿਆ ਕਿਉਂ ਚੜ ਗਿਆ ਖਰਚੇ ਕੀ ਹੈ ਇਨਕਮ ਨਾਲੋਂ ਜ਼ਿਆਦਾ ਹੋ ਗਏ ਠੀਕ ਹੈ ਤੇ ਓਨਲੀ ਸੱਚ ਟ੍ਰਾਂਸੈਕਸ਼ਨ ਵਿਚ ਇਫੈਕਟ current income and expenditure of the government put in symbols revenue deficit ਤਾਂ ਕੀ ਹੋ ਜਾਏਗਾ ਕਿ ਜਦੋਂ ਗਵਰਨਮੈਂਟ ਨੂੰ ਕੀ ਹੋ ਜਾਏਗਾ ਆਪਾਂ ਸਾਰੇ ਟ੍ਰਾਂਸੈਕਸ਼ਨ ਨੂੰ ਇਹਦੇ ਵਿੱਚ ਇਨਕਲੂਡ ਕਰਦੇ ਆ ਤੇ ਇਹਦੇ ਵਿੱਚ ਕਰੰਟ ਇਨਕਮ ਕੀ ਹੈ ਜਦੋਂ ਆਪਣੀ ਕੀ ਹੈ ਆਪਣੇ ਐਕਸਪੈਂਡੀਚਰ ਨਾਲੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਕੀ ਹੋ ਜਾਂਦਾ ਗਵਰਨਮੈਂਟ ਦਾ ਡੈਫਿਸਿਟ ਬਜਟ ਕੀ ਆ ਰਿਵੈਨਿਊ ਡੈਫਿਸਿਟ ਦਾ ਹੋ ਜਾਂਦਾ ਵੈ ਟੋਟਲ ਰਿਵੈਨਿਊ ਐਕਸਪੈਂਡੀਚਰ ਦੇ ਵਿੱਚੋਂ ਆਪਾਂ ਮਾਈਨਸ ਕਰ ਦਾਂਗੇ ਟੋਟਲ ਰਿਵੈਨਿਊ ਰਿਸਿਪਟ ਠੀਕ ਹੈ ਤਾਂ ਆਪ ਨੂੰ ਪਤਾ ਲੱਗ ਜੂਗਾ ਕਿ ਸਾਨੂੰ ਰਿਵੈਨਿਊ ਐਕਸਪੈਂਡੀਚਰ ਡੈਫਿਸਿਟ ਕਿਵੇਂ ਹੋਈ ਹੈ ਠੀਕ ਹੈ ਹੁਣ ਜਿਵੇਂ ਆ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਹੈ ਤੁਸੀਂ ਉਂਝ ਹੀ ਨੋਟ ਕਰਨੀ ਕਰ ਲਓ ਵੈਸੇ ਤੁਸੀਂ ਮੈਂ ਤੁਹਾਨੂੰ ਦੱਸਦੀ ਨਹੀਂ ਉਂਝ ਹੀ ਪੜ੍ਹ ਲਓ ਬਸ ਦੱਸਿਆ ਹੋਇਆ ਵੈ ਕਿ ਗਵਰਨਮੈਂਟ ਬਜਟ ਦੇ ਵਿੱਚ ਕਿੰਨੇ ਰੁਪਏ ਸੀਗੇ ਗਵਰਨਮੈਂਟ ਦੇ ਹੈਗਾ 3,50,424 ਐਕਸਪੈਂਡੀਚਰ ਕਿੰਨੇ ਹੋ ਗਏ 12,86,100 ਹੈਗਾ ਤਾਂ ਕੀ ਹੋ ਗਿਆ ਦੋਵਾਂ ਨੂੰ ਮਾਈਨਸ ਕਰ ਦਾਂਗੇ ਤਾਂ ਆਪ ਨੂੰ ਪਤਾ ਲੱਗ ਜੂਗਾ ਕਿ ਡੈਫਿਸਿਟ ਆਪਣਾ ਘਟੇ ਦਾ ਕਿੰਨਾ ਗਿਆ ਇਨਕਮ ਕਿੰਨੀ ਹੋਈ ਸੀਗੀ ਆਪ ਨੂੰ ਦੱਸੀ ਹੋਈ ਹੈ 3 ਲੱਖ ਸੀਗੀ ਲੇਕਿਨ ਖਰਚ ਕਿੰਨਾ ਹੋ ਗਿਆ ਆਪਣਾ 12,000 ਹੋ ਗਿਆ ਦੋਵਾਂ ਨੂੰ ਜਦੋਂ ਮਾਈਨਸ ਕਰ ਦਾਂਗੇ ਤਾਂ ਪਤਾ ਲੱਗ ਜੂਗਾ ਕਿ ਰਿਵੈਨਿਊ ਰਿਸਿਪਟ ਕਿੰਨੀ ਹੈ ਪਰ ਯਾਦ ਰੱਖਣਾ ਵੈ ਐਕਸਪੈਂਡੀਚਰ ਦੇ ਵਿੱਚੋਂ ਰਿਸਿਪਟ ਨੂੰ ਮਾਈਨਸ ਕਰਨਾ ਹੈ ਉਲਟ ਨਾ ਕਰ ਦਿਓ ਜਿਵੇਂ ਕਹਿਣ ਦਾ ਮਤਲਬ ਟੋਟਲ ਰਿਵੈਨਿਊ ਦੇ ਵਿੱਚੋਂ ਐਕਸਪੈਂਡੀਚਰ ਦੇ ਵਿੱਚੋਂ ਮਾਈਨਸ ਕਰਨਾ ਟੋਟਲ ਰਿਵੈਨਿਊ TR ਮਾਈਨਸ TE ਨਹੀਂ ਲਿਖਣਾ ਫਿਰ ਗਲਤ ਹੋ ਜਾਊਗਾ ਕਿਉਂਕਿ ਆਪਣਾ ਡੈਫਿਸਿਟ ਕੱਢ ਰਿਹਾ ਨਾ ਤਾਂ ਆਪਾਂ ਦੱਸਾਂਗੇ ਸਾਡਾ ਖਰਚ 1000 ਸੀ ਇਨਕਮ 800 ਸੀ 200 ਤਾਂ ਹੀ 200 ਆਊਗਾ ਨਾ ਹੁਣ 800 ਮਾਈਨਸ 1000 ਥੋੜ੍ਹਾ ਕਰਾਂਗੇ ਮਾਈਨਸ 200 ਥੋੜ੍ਹਾ ਕਵਾਂਗੇ ਆਪਾਂ ਘਾਟਾ ਦੱਸਣਾ ਨਹੀਂ ਸਾਨੂੰ ਕਿੰਨੇ ਦਾ ਘਾਟਾ ਹੈ 200 ਹੁਣ ਜਿਵੇਂ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਚੀਜ਼ ਇੱਥੇ ਧਿਆਨ ਨਾਲ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕਰੋ ਚਾਰ ਚੀਜ਼ਾਂ ਹੁੰਦੀਆਂ ਨੇ ਆਪਣੇ ਦੇਖੋ ਆਪਾਂ ਦੋ ਚੀਜ਼ਾਂ ਪੜ੍ਹੀਆਂ ਨੇ ਇੱਕ ਤਾਂ ਆਪਣੀ ਹੋ ਗਈ ਰਿਸਿਪਟ ਇੱਕ ਆਪਣਾ ਕੀ ਹੁੰਦਾ ਵੈ ਐਕਸਪੈਂਡੀਚਰ ਕੰਪੋਨੈਂਟਸ ਦੇ ਵਿੱਚ ਪੜ੍ਹਿਆ ਨਾ ਦੋ ਚੀਜ਼ਾਂ ਹੀ ਇਹ ਦੋ ਚੀਜ਼ਾਂ ਹੁੰਦੀਆਂ ਨੇ ਰਿਸਿਪਟ ਦੋ ਤਰ੍ਹਾਂ ਦੀ ਹੁੰਦੀ ਸੀਗੀ ਕਿਹੜੀ ਹੁੰਦੀ ਸੀਗੀ ਰਿਵੈਨਿਊ ਰਿਸਿਪਟ ਠੀਕ ਹੈ ਦੂਸਰੀ ਕਿਹੜੀ ਸੀ ਆਪਣੀ ਕੈਪੀਟਲ ਰਿਸਿਪਟ ਇਸੇ ਤਰ੍ਹਾਂ ਜਿਹੜਾ ਆਪਣਾ ਖਰਚ ਸੀਗਾ ਉਹ ਵੀ ਦੋ ਤਰ੍ਹਾਂ ਦਾ ਸੀਗਾ ਕਿਹੜਾ ਸੀਗਾ ਰਿਵੈਨਿਊ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਆ ਚਾਰ ਚੀਜ਼ਾਂ ਤਾਂ ਤੁਹਾਨੂੰ ਸਾਰੇ ਕਲੀਅਰ ਹੈ ਨਾ ਇਹ ਚਾਰ ਚੀਜ਼ਾਂ ਆਪਾਂ ਕੀਤੀਆਂ ਹੋਈਆਂ ਨੇ ਰਿਸਿਪਟ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਐਕਸਪੈਂਡੀਚਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਹੁਣ ਆਪਾਂ ਪੜ੍ਹ ਰਹੇ ਹਾਂ ਸਿਰਫ ਰਿਵੈਨਿਊ ਰਿਸਿਪਟ ਦੇ ਵਿੱਚੋਂ ਆਪਾਂ ਮਾਈਨਸ ਕਰਨਾ ਵਾ ਰਿਵੈਨਿਊ ਐਕਸਪੈਂਡੀਚਰ ਇਹਨਾਂ ਨੂੰ ਆਪਾਂ ਬੈਲੈਂਸ ਕਰਨਾ ਹੁੰਦਾ ਸਪੋਜ਼ ਕੀ ਹੁੰਦਾ ਵੈ ਹੁਣ ਤੁਹਾਨੂੰ ਦੱਸਦੀ ਹਾਂ ਸਮਝਾਉਣ ਵਾਸਤੇ ਕਿ ਆਪਣਾ ਰਿਵੈਨਿਊ ਐਕਸਪੈਂਡੀਚਰ 100 ਰੁਪਇਆ ਖਰਚ ਹੋ ਗਿਆ ਜਿਹੜੀ ਆਪਾਂ ਸੈਲਰੀ ਦਿੱਤੀ ਹੈ ਪੈਨਸ਼ਨ ਸਕੋਲਰਸ਼ਿਪ ਦਿੱਤੀ ਹੈ 1000 ਰੁਪਇਆ ਖਰਚ ਹੋ ਗਈ ਅਤੇ ਆਪਣਾ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਜਿਹੜੇ ਆਪਾਂ ਬਿਲਡਿੰਗਸ ਵਗੈਰਾ ਬਣਾਉਣ 'ਤੇ ਖਰਚ ਕੀਤਾ ਰੋਡਸ ਬਣਾਉਣ 'ਤੇ ਖਰਚ ਕੀਤਾ ਹੈ ਨਾ ਜਿਹੜਾ ਆਪਾਂ ਦਿਖਦਾ ਉਹ ਵੀ ਆਪਣਾ 100 ਰੁਪਇਆ ਹੋ ਗਿਆ ਲੇਕਿਨ ਆਪ ਨੂੰ ਜਿਹੜੀ ਹੈਗੀ ਹੈ ਰਿਵੈਨਿਊ ਰਿਸਿਪਟ ਉਹ ਕਿੰਨੀ ਹੋਈ ਹੈ 80 ਐਕਸਪੈਂਡੀਚਰ ਟੋਟਲ ਐਕਸਪੈਂਡੀਚਰ ਕਿੰਨਾ ਹੋ ਗਿਆ ਇਹਦੇ 'ਤੇ ਆਪਾਂ ਖਰਚ ਕੀਤਾ ਇਹਦੇ 'ਤੇ ਖਰਚ ਕੀਤਾ 200 ਹੋ ਗਿਆ ਠੀਕ ਹੈ ਅਤੇ ਹੁਣ ਜੇ ਇਕੁਅਲ ਹੋਣ ਦੇ ਲਈ ਚਾਹੀਦਾ ਸੀਗਾ ਕਿ ਜਿਹੜਾ ਕੈਪੀਟਲ ਰਿਸਿਪਟ ਹੈ ਜੇ ਕੈਪੀਟਲ ਐਕਸਪੈਂਡੀਚਰ 100 ਹੈ ਤਾਂ ਇਹ ਵੀ 100 ਹੀ ਹੋਣਾ ਚਾਹੀਦਾ ਸੀ ਕੈਪੀਟਲ ਐਕਸਪੈਂਡੀਚਰ ਰਿਸਿਪਟ ਹੈ ਉਹ ਵੀ 100 ਹੋਣੀ ਚਾਹੀਦੀ ਸੀਗੀ ਠੀਕ ਹੈ ਜਿਹਨਾਂ ਆਪ ਨੂੰ ਕੀ ਹੈ ਆਪਾਂ ਜਿਹੜੀ ਕੈਪੀਟਲ ਰਿਸਿਪਟ ਆਪਾਂ ਪੜ੍ਹੀ ਹੋਈ ਹੈ ਨਾ ਜਿਹਨਾਂ ਆਪਣੀ ਲਿਬਿਲਿਟੀ ਵੀ ਕੀ ਹੈ ਕ੍ਰੀਏਟ ਹੁੰਦੀ ਹੈ ਅਤੇ ਰਿਡਿਊਸ ਹੁੰਦੀ ਹੈ ਜਾਂ ਆਪ ਨੂੰ ਕੀ ਹੁੰਦਾ ਵੈ ਕਿ ਆਪਣੀ ਏਸਟ ਵਗੈਰਾ ਘਟਦੀ ਹੈ ਨਾ ਕਿ ਰਿਵੈਨਿਊ ਰਿਸਿਪਟ ਦੇ ਵਿੱਚ ਕੀ ਸੀਗਾ ਕਿ ਨਾ ਤਾਂ ਆਪਣੀ ਕੋਈ ਦੇਣਦਾਰੀ ਪੈਦਾ ਹੁੰਦੀ ਹੈ ਨਾ ਹੀ ਆਪਣੀ ਕੋਈ ਪ੍ਰੋਪਰਟੀ ਘਟਦੀ ਹੈ ਇਹਦੇ ਵਿੱਚ ਕੀ ਸੀਗਾ ਆਪਣੀ ਦੇਣਦਾਰੀ ਵੀ ਕ੍ਰੀਏਟ ਹੁੰਦੀ ਹੈ ਜਾਂ ਆਪਣੀ ਪ੍ਰੋਪਰਟੀ ਘਟਦੀ ਹੈ ਹੁਣ ਜੇ ਕੈਪੀਟਲ ਰਿਸਿਪਟ ਐਕਸਪੈਂਡੀਚਰ 100 ਸੀ ਤਾਂ ਕੈਪੀਟਲ ਰਿਸਿਪਟ ਵੀ 100 ਹੋਣੀ ਚਾਹੀਦੀ ਸੀ ਲੇਕਿਨ ਇਹ ਟੋਟਲ ਕਰਕੇ 200 ਹੋ ਗਿਆ ਇਹ ਕਰਕੇ ਕਿੰਨਾ ਹੋ ਗਿਆ 180
ਆਪ ਨੂੰ ਹੁਣ ਘਾਟਾ ਜਾ ਰਿਹਾ ਰਿਸਿਪਟ, ਆਪਣਾ ਐਕਸਪੈਂਡੀਚਰ ਜ਼ਿਆਦਾ ਹੋ ਗਿਆ ਨਾ ਰਿਸਿਪਟ ਦੇ ਨਾਲੋਂ। ਹੁਣ ਆਪਾਂ ਇਹ ਦੇਖਣਾ ਕਿ ਆਪ ਨੂੰ ਇਹ ਘਾਟਾ ਗਿਆ ਕਿੱਥੇ, ਇਹ ਘਾਟਾ ਕਿੱਥੇ ਜਾ ਰਿਹਾ ਇੱਥੇ, ਕਿਉਂਕਿ ਜੇਕਰ ਰੈਵਨਿਊ ਐਕਸਪੈਂਡੀਚਰ 100 ਸੀ ਤਾਂ ਇਹ ਵੀ 100 ਹੋਣੀ ਚਾਹੀਦੀ ਸੀ, ਲੇਕਿਨ ਆਪ ਨੂੰ ਇਹ ਹੋਈ 80। ਹੁਣ ਆਪ ਨੂੰ 20 ਰੁਪਏ ਕਿੰਦੇ ਤੋਂ ਲੈਣੇ ਪੈਣਗੇ, ਉਧਾਰ ਲੈਣੇ ਪੈਣਗੇ। ਇੱਧਰ ਐਡ ਹੋ ਗਏ ਨਾ, ਇਹ ਕਿੰਨੀ ਹੋ ਗਈ ਹੁਣ ਆਪਣੀ 120, 120 ਤੇ 80 200 ਹੋ ਗਿਆ ਨਾ ਹੁਣ ਪੂਰਾ। ਜੇ 200 ਰੁਪਏ ਆਪਾਂ ਖਰਚ ਕੀਤਾ ਵੈ ਤਾਂ 200 ਰੁਪਏ ਆਪਣੇ ਕੋਲ ਆਉਣਾ ਵੀ ਤਾਂ ਚਾਹੀਦਾ ਵੈ, ਲੇਕਿਨ ਸਾਡੇ ਕੋਲ ਆ ਕਿੰਨਾ ਰਿਹਾ ਵੈ 180। 80 ਰੁਪਏ ਤਾਂ ਆਪਾਂ ਰੈਵਨਿਊ ਰਿਸੈਪਟ ਤੋਂ ਕਮਾ ਰਹੇ ਹਾਂ, ਅਤੇ 80 ਰੁਪਏ ਆਪਣਾ ਜਿੰਨੇ ਆਪਾਂ ਫਾਈਨਲ ਕੀਤਾ ਸੀ ਇੰਨਾ ਉਧਾਰ ਲਵਾਂਗੇ ਜਾਂ ਅਸੀਂ ਆਹ ਵਾਲੀ ਪ੍ਰੋਪਰਟੀ ਵੇਚਾਂਗੇ, ਇਹ ਹੋਏਗਾ। ਲੇਕਿਨ ਜਿੰਨਾ ਆਪਾਂ ਸੋਚਿਆ ਸੀ ਆਪਣਾ ਜਿਹੜਾ ਰਿਸਿਪਟ ਹੈ ਉਸ ਤੋਂ ਘੱਟ ਹੋਈ, ਕਿਉਂਕਿ ਗਵਰਨਮੈਂਟ ਨੇ ਸੋਚਿਆ ਸੀ ਕਿ ਜੇ ਆਪਣਾ ਖਰਚਾ 200 ਰੁਪਇਆ ਹੋ ਰਿਹਾ ਵੈ ਤਾਂ 100 ਰੁਪਏ ਅਸੀਂ ਕੈਪੀਟਲ ਰਿਸਿਪਟ ਤੋਂ ਲੈ ਲਾਂਗੇ ਅਤੇ 100 ਰੁਪਏ ਰੈਵਨਿਊ ਰਿਸਿਪਟ ਤੋਂ ਹੋ ਜਾਏਗਾ, 200 ਰੁਪਏ ਪੂਰਾ ਹੋ ਜਾਏਗਾ। ਲੇਕਿਨ ਹੋਇਆ ਕਿ ਆਪ ਨੂੰ ਟੈਕਸ ਵਗੈਰਾ ਤੋਂ ਇਨਕਮ ਘੱਟ ਜਨਰੇਟ ਹੋਈ, ਲੋਕਾਂ ਨੇ ਟੈਕਸ ਨਹੀਂ ਭਰਿਆ, 80 ਰੁਪਏ ਮਿਲੀ, ਤਾਂ 20 ਰੁਪਏ ਆਪ ਨੂੰ ਹੋਰ ਉਧਾਰ ਲੈਣੇ ਪੈ ਗਏ। ਤਾਂ ਕੈਪੀਟਲ ਰਿਸਿਪਟ ਕਿੰਨੀ ਹੋ ਗਈ 180 ਹੋ ਗਈ। ਤਾਂ ਹੁਣ ਘਾਟਾ ਕਿਵੇਂ ਗਿਆ, ਹੁਣ ਇਹਦੇ 'ਚ ਘਾਟਾ ਗਿਆ ਪਤਾ ਕਰਨ ਦੇ ਲਈ ਕਿ ਆਪ ਨੂੰ ਘਾਟਾ ਰੈਵਨਿਊ ਇਹਦੇ 'ਚ ਜਾ ਰਿਹਾ ਹੈ ਜਾਂ ਸਾਨੂੰ ਕੈਪੀਟਲ ਦੇ ਵਿੱਚ ਘਾਟਾ ਜਾ ਰਿਹਾ ਹੈ, ਇਹ ਪਤਾ ਕਰਨ ਲਈ ਆਪਾਂ ਮੈਥਡ ਪੜ੍ਹ ਰਹੇ ਹਾਂ ਤਿੰਨੇ। ਠੀਕ ਹੈ, ਹੁਣ ਇਹ ਦੇਖਣ ਲਈ ਕਿ ਆਪ ਨੂੰ ਘਾਟਾ ਰੈਵਨਿਊ ਰਿਸਿਪਟ ਵਿੱਚ ਜਾ ਰਿਹਾ ਹੈ ਕਿ ਆਪ ਨੂੰ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਜਾ ਰਿਹਾ, ਕੈਪੀਟਲ ਐਕਸਪੈਂਡੀਚਰ 'ਚ ਜਾ ਰਿਹਾ ਵੈ, ਇਹ ਹੁੰਦਾ ਵੈ। ਹੁਣ ਆਪਾਂ ਦੇਖ ਰਹੇ ਹਾਂ ਕਿ ਸਾਨੂੰ ਰੈਵਨਿਊ ਡੈਫੀਸਿਟ ਜਾ ਰਿਹਾ ਜਾਂ ਨਹੀਂ ਜਾ ਰਿਹਾ। ਰੈਵਨਿਊ ਐਕਸਪੈਂਡੀਚਰ ਕਿੰਨਾ ਹੈ 100, ਰੈਵਨਿਊ ਰਿਸਿਪਟ ਕਿੰਨੀ ਹੈ 80, ਜਾਣੀ ਕਿ 20 ਰੁਪਏ ਸਾਨੂੰ ਰੈਵਨਿਊ ਡੈਫੀਸਿਟ ਜਾ ਰਿਹਾ। ਜੇ ਇੱਥੇ ਵੀ 100 ਹੁੰਦਾ, ਇੱਥੇ ਵੀ 100 ਹੁੰਦਾ, ਰੈਵਨਿਊ ਆਪਾਂ ਬਜਟ ਆਪਣਾ ਘਾਟੇ ਦਾ ਚਲਾ ਗਿਆ। ਹੁਣ ਆਪਾਂ ਦੇਖਣਾ ਕਿ ਘਾਟਾ ਗਿਆ ਕਿੱਥੇ, ਗਵਰਨਮੈਂਟ ਦੇਖੂਗੀ ਨਾ, ਫਿਰ ਗਵਰਨਮੈਂਟ ਕਹੂਗੀ ਕਿ ਜਿਹੜਾ ਆਪਣਾ ਪਹਿਲਾਂ ਦੇਖੋ ਰੈਵਨਿਊ ਡੈਫੀਸਿਟ ਗਿਆ ਕਿ ਨਹੀਂ, 100 ਮਾਈਨਸ 100 0, ਜਾਣੀ ਕਿ ਸਾਨੂੰ ਰੈਵਨਿਊ ਡੈਫੀਸਿਟ ਨਹੀਂ ਗਿਆ, ਇਹਦਾ ਮਤਲਬ ਸਾਨੂੰ ਘਾਟਾ ਕਿਤੇ ਹੋਰ ਗਿਆ ਹੈ। ਠੀਕ ਹੈ, ਇਸ ਤਰ੍ਹਾਂ ਪਤਾ ਕਰਨ ਦਾ ਫਾਰਮੂਲਾ ਹੁੰਦਾ ਹੈ ਕਿ ਬਜਟ ਦੇਖਦੇ ਕਿ ਬਜਟ ਦੇ ਵਿੱਚ ਜੇ ਕਿਤੇ ਘਾਟਾ ਜਾ ਰਿਹਾ ਤਾਂ ਕਿੱਥੇ ਜਾ ਰਿਹਾ ਅਤੇ ਕਿਉਂ ਜਾ ਰਿਹਾ। ਹੁਣ ਗਵਰਨਮੈਂਟ ਪਤਾ ਲੱਗ ਗਿਆ ਕਿ ਸਾਡੀ ਡੇ ਟੂ ਡੇ ਜਿਹੜੇ ਅਸੀਂ ਐਕਟੀਵਿਟੀ ਕਰ ਰਹੇ ਹਾਂ ਸਾਨੂੰ ਘਾਟਾ ਉੱਥੇ ਜਾ ਰਿਹਾ ਵੈ, ਜਿੰਨੀ ਸਾਨੂੰ ਇਨਕਮ ਜਨਰੇਟ ਹੋਣੀ ਚਾਹੀਦੀ ਸੀ ਸਾਨੂੰ ਨਹੀਂ ਹੋ ਰਹੀ। ਅਸੀਂ ਸੈਲਰੀ ਵਗੈਰਾ ਤਾਂ ਪੇ ਵੱਧ ਦੇ ਰਹੇ ਹਾਂ, ਲੇਕਿਨ ਸਾਨੂੰ ਟੈਕਸ ਘੱਟ ਆ ਰਿਹਾ। ਇਹਦੇ ਰੈਵਨਿਊ ਐਕਸਪੈਂਡੀਚਰ ਚਾਹੀਏ ਨਾ, ਸੈਲਰੀ ਦੇਣੀ, ਪੈਨਸ਼ਨ ਦੇਣੀ, ਸਕੋਲਰਸ਼ਿਪ ਦੇਣੀ, ਉਹ ਤਾਂ ਅਸੀਂ ਵੱਧ ਦੇ ਰਹੇ ਹਾਂ, ਲੇਕਿਨ ਸਾਨੂੰ ਟੈਕਸ ਤੋਂ ਇਨਕਮ ਘੱਟ ਹੋ ਰਹੀ ਹੈ। ਗਵਰਨਮੈਂਟ ਟੈਕਸ ਦੀ ਬੇਸ 'ਤੇ ਸਾਰਾ ਕੁਝ ਡਿਸਾਈਡ ਕਰਦੇ ਨਾ ਕਿ ਕਿਹਨੂੰ ਕਿੰਨੀ ਸੈਲਰੀ ਦੇਣੀ ਹੈ, ਕਿੰਨੀ ਪੈਨਸ਼ਨ ਦੇਣੀ, ਕਿੰਨੀ ਸਕੋਲਰਸ਼ਿਪ ਦੇਣੀ ਹੈ। ਪਰ ਜਦੋਂ ਟੈਕਸ ਹੀ ਨਹੀਂ ਆਉਣਗੇ ਗਵਰਨਮੈਂਟ ਤੋਂ, ਫਿਰ ਗਵਰਨਮੈਂਟ ਨੂੰ ਕੀ ਹੁੰਦਾ ਵੈ ਕਿ ਸੈਲਰੀ ਵਗੈਰਾ ਦੇਣ ਲਈ 100 ਰੁਪਇਆ ਚਾਹੀਦਾ ਸੀ, ਲੇਕਿਨ ਗਵਰਨਮੈਂਟ ਕੋਲ ਤਾਂ 80 ਰੁਪਏ ਆਏ, ਗਵਰਨਮੈਂਟ ਨੂੰ ਹੁਣ 20 ਰੁਪਏ ਉਧਾਰ ਲੈਣੇ ਪਏ। ਤਾਂ ਗਵਰਨਮੈਂਟ ਆਪਣੇ ਪੋਲਿਸੀਜ਼ ਚੇਂਜ ਕਰਦੀ ਹੈ, ਗਵਰਨਮੈਂਟ ਨੂੰ 20 ਰੁਪਏ ਘੱਟੇ ਚਲੇਗੇ। ਸਮਝ ਗਏ, ਪੇਪਰ ਦੇ ਵਿੱਚ ਸਿੰਪਲ ਰੈਵਨਿਊ ਡੈਫੀਸਿਟ ਕੱਢਣਾ ਹੋਏਗਾ ਤੁਸੀਂ, ਤਾਂ ਤੁਸੀਂ ਐਕਸਪੈਂਡੀਚਰ ਦੇ ਵਿੱਚੋਂ ਰੈਵਨਿਊ ਐਕਸਪੈਂਡੀਚਰ ਦੇ ਵਿੱਚੋਂ ਮਾਈਨਸ ਕਰ ਦੋਗੇ ਰੈਵਨਿਊ ਰਿਸਿਪਟ 100 ਮਾਈਨਸ 80 ਸਿੰਪਲ ਵੀ 4 ਰੁਪਏ ਨੰਬਰ ਤੁਹਾਡੇ। ਸਮਝ ਗਏ ਰੈਵਨਿਊ ਐਕਸਪੈਂਡੀਚਰ ਡੈਫੀਸਿਟ ਕੀ ਹੁੰਦਾ ਵੈ, ਸਿੰਪਲ ਆ 4 ਚੀਜ਼ਾਂ ਹੀ ਹੁੰਦੀਆਂ ਨਾ, ਰਿਸਿਪਟ ਹੁੰਦੀ ਹੈ ਤੇ ਐਕਸਪੈਂਡੀਚਰ 2 ਚੀਜ਼ਾਂ ਹੁੰਦੀਆਂ ਨੇ, ਇਹਦੇ ਅੰਦਰ 2 ਪੁਆਇੰਟ ਹੁੰਦੇ, ਇਹਦੇ ਅੰਦਰ 2 ਪੁਆਇੰਟ ਹੁੰਦੇ, 4 ਚੀਜ਼ਾਂ ਨੇ, ਇਹਨਾਂ ਚਾਰਾਂ ਦੇ ਨਾਲ ਆਪਣੀ ਸਾਰਾ ਕੁਝ ਪਤਾ ਲੱਗਦਾ। ਹੁਣ ਫਿਜ਼ੀਕਲ ਡੈਫੀਸਿਟ ਤੇ ਪ੍ਰਾਇਮਰੀ ਡੈਫੀਸਿਟ ਇਹ ਤੁਹਾਨੂੰ ਮੈਂ ਕੱਲ੍ਹ ਸਮਝਾਉਂਗੀ, ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ। ਹੁਣ ਇਹਨਾਂ ਜਦੋਂ ਰੈਵਨਿਊ ਡੈਫੀਸਿਟ ਚਲਾ ਜਾਂਦਾ ਹੈ ਤਾਂ ਉਹਦਾ ਇਫੈਕਟ ਕੀ ਪੈਂਦਾ ਆਪਣੀ ਇਕੋਨਮੀ 'ਤੇ, ਹੁੰਦਾ ਕੀ ਹੈ, ਹੁਣ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲਈਏ। ਠੀਕ ਹੈ, ਦੀ ਡੈਫੀਸਿਟ ਇਜ਼ ਟੂ ਮੈਟ ਫਰੋਮ ਕੈਪੀਟਲ ਰਿਸਿਪਟ ਥਰੂ ਬੋਰੋ ਐਂਡ ਸੇਲ ਆਫ ਇਟ ਐਸਟ। ਜਦੋਂ ਕਹਿੰਦੇ ਨੇ ਆਪ ਨੂੰ ਘਾਟਾ ਚਲਾ ਜਾਂਦਾ ਵੈ ਤਾਂ ਆਪ ਨੂੰ ਇਹ ਘਾਟਾ ਫਿਰ ਕਿਹਦੇ ਤੋਂ ਪੂਰਾ ਕਰਨਾ ਪੈਂਦਾ ਵੈ, ਕੈਪੀਟਲ ਰਿਸਿਪਟ ਤੋਂ। ਹੁਣ ਜੇ ਆਪਣੇ ਰੈਵਨਿਊ ਡੈਫੀਸਿਟ ਰਿਸਿਪਟ ਆਪ ਨੂੰ 80 ਰੁਪਏ ਹੋਏ ਹੈ, ਲੇਕਿਨ ਸਾਨੂੰ 100 ਰੁਪਏ ਚਾਹੀਦੇ ਹੈ, ਤਾਂ ਹੁਣ ਅਸੀਂ 20 ਰੁਪਏ ਕਿਹਦੇ ਤੋਂ ਲਵਾਂਗੇ, ਕੈਪੀਟਲ ਰਿਸਿਪਟ ਤੋਂ ਲਵਾਂਗੇ। ਕੈਪੀਟਲ ਰਿਸਿਪਟ ਆਪ ਨੂੰ ਕਿਵੇਂ ਦਊਗੀ, ਜਾਂ ਤਾਂ ਪੈਸਾ ਉਧਾਰ ਲਏਗੀ ਜਾਂ ਪੈਸਾ ਕੀ ਕਰੇਗੀ, ਆਪਣੀ ਕੋਈ ਪ੍ਰੋਪਰਟੀ ਵੇਚ ਦੇਗੀ। ਹੁਣ ਜਦੋਂ ਰੈਵਨਿਊ ਡੈਫੀਸਿਟ ਚਲਾ ਜਾਂਦਾ ਹੈ, ਹੁਣ ਇਹ 20 ਰੁਪਏ ਜਿਹੜਾ ਘਾਟੇ ਗਏ ਨੇ, ਇਹਦੇ ਨਾਲ ਕੀ ਹੁੰਦਾ ਵੈ, ਡਿਸਇਨਵੈਸਟਮੈਂਟ। ਡਿਸਇਨਵੈਸਟਮੈਂਟ ਕਿਉਂ ਹੋਈ, ਹੋ ਸਕਦਾ ਅਸੀਂ ਆਪਣੀ ਕੋਈ ਪ੍ਰੋਪਰਟੀ ਵੇਚਤੀ ਹੁਣ, ਹੈ ਨਾ, ਪ੍ਰੋਪਰਟੀ ਵਗੈਰਾ ਵੇਚਤੀ, ਜਾਂ ਡਿਸ ਸੇਵਿੰਗ। ਇਹਦਾ ਰਿਜ਼ਲਟ ਕੀ ਨਿਕਲਦਾ ਵੈ, ਕੀ ਪ੍ਰਭਾਵ ਪੈਂਦਾ ਆਪਣੀ ਇਕੋਨਮੀ 'ਤੇ, ਡਿਸ ਸੇਵਿੰਗ ਹੁੰਦੀ ਹੈ। ਹੋ ਸਕਦਾ ਕਿ ਗਵਰਨਮੈਂਟ ਨੇ ਆਪਣੇ ਜਿਹੜੇ ਪਹਿਲਾਂ ਤੋਂ ਸੇਵਿੰਗਸ ਪਈਆਂ ਸੀ ਉਹ ਯੂਜ਼ ਕਰ ਲਈਆਂ, ਜਾਂ ਗਵਰਨਮੈਂਟ ਨੇ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ, ਜਾਂ ਗਵਰਨਮੈਂਟ ਨੇ ਪੈਸਾ ਉਧਾਰ ਚੱਕਿਆ। ਤੁਸੀਂ ਆਪਣੀ ਰੂਟੀਨ ਲਾਈਫ 'ਤੇ ਲੈ ਕੇ ਦੇਖ ਲਓ, ਤੁਹਾਡੇ ਇਸ ਮੰਥਲੀ ਖਰਚ 50,000 ਰੁਪਇਆ ਹੋ ਗਿਆ, ਤੁਹਾਡੇ ਕੋਲ ਪੇ 40,000 ਹੈ। ਜੇ ਖਰਚ ਕੀਤਾ ਕਿਤੋਂ ਤਾਂ ਖਰਚ ਕੀਤਾ ਹੀ ਹੈ ਨਾ, ਕਿੱਥੋਂ ਖਰਚ ਕੀਤਾ, ਜਾਂ ਤਾਂ ਤੁਸੀਂ ਪੈਸਾ ਕਿਸੇ ਤੋਂ ਉਧਾਰ ਮੰਗ ਲਿਆ ਆਪਣੇ ਫਰੈਂਡ ਤੋਂ, ਜਾਂ ਤੁਸੀਂ ਆਪਣੇ ਪਹਿਲਾਂ ਦੀ ਸੇਵਿੰਗਸ ਜਿਹੜੇ ਤੁਹਾਡੇ ਅਕਾਊਂਟ ਵਿੱਚ ਪਏ ਸੀ ਜਾਂ ਘਰੇ ਲੋਕਰ 'ਚ ਪੈਸੇ ਪਏ ਸੀ ਤੁਸੀਂ ਉਹ ਯੂਜ਼ ਕਰ ਲਏ, ਜਾਂ ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ। ਹੋਰ ਤਾਂ ਕੋਈ ਤਰੀਕਾ ਹੈ ਹੀ ਨਹੀਂ, ਇਹਨਾਂ ਤਰੀਕਿਆਂ ਦੇ ਨਾਲ ਤੁਹਾਡੇ ਕੋਲ ਪੈਸਾ ਆਇਆ ਵਾ। ਜੇ ਖਰਚ ਕੀਤਾ ਕਿਤੋਂ ਤਾਂ ਖਰਚ ਕੀਤਾ ਹੀ ਹੈ ਨਾ। ਹੁਣ ਜੇ ਤੁਸੀਂ ਬਾਜ਼ਾਰ 'ਚ 50 ਰੁਪਏ ਖਰਚ ਕਰਕੇ ਆਏ ਹੋ, ਤੁਹਾਡੀ ਜੇਬੀ 'ਚ 50 ਰੁਪਏ ਸੀ ਤਾਂ ਹੀ ਤੁਸੀਂ ਖਰਚ ਕੀਤੇ। ਹੁਣ ਉਹ 50 ਰੁਪਏ ਕਿੱਥੋਂ ਆਏ, ਜਾਂ ਤਾਂ ਤੁਸੀਂ ਕਮਾਏ ਹੈ, ਤੁਹਾਡੇ ਆਪਦੇ ਹੈ, ਜਾਂ ਤੁਹਾਡੇ ਕਿਸੇ ਫਰੈਂਡ ਦੇ ਨੇ ਉਧਾਰ ਮੰਗੇ ਹੋਏ, ਜਾਂ ਤੁਸੀਂ ਆਪਦੀ ਕੋਈ ਚੀਜ਼ ਵੇਚੀ ਹੈ, ਜਾਂ ਤੁਸੀਂ ਆਪਣੀ ਕੀ ਹੈ ਚੀਜ਼ ਵੇਚੀ ਹੈ, ਜਾਂ ਤੁਸੀਂ ਆਪਣੀ ਪਹਿਲਾਂ ਦੀ ਕੋਈ ਸੇਵਿੰਗ ਤੁਹਾਡੇ ਕੋਲ ਪਈ ਸੀ, ਬਚੇ ਹੋਏ ਪੈਸੇ ਸੀ, ਪਿਛਲੀ ਮੰਥ ਦੀ ਪੋਕਟ ਮਨੀ ਸੀ, ਉਹ ਯੂਜ਼ ਕਰ ਲਈ। ਕਲੀਅਰ, ਤਾਂ ਰੈਵਨਿਊ ਡਿਸਿਪਲਿਨ ਕੀ ਹੈ, ਆਪਣੀ ਇਕੋਨਮੀ 'ਤੇ 3 ਇਫੈਕਟ ਪੈਂਦੇ ਨੇ, ਇਹ ਆਪਾਂ ਡਿਸਕਸ ਕਰ ਲੈਂਦੇ ਹਾਂ ਹੁਣੇ। ਠੀਕ ਹੈ, ਇਹੀ ਕਹਿ ਰਹੇ ਨੇ ਥਰੂ ਬੋਰੋ ਐਂਡ ਸੇਲ ਆਫ ਇਟ ਐਸਟ, ਜਾਂ ਤਾਂ ਪੈਸਾ ਉਧਾਰ ਲਿਆ ਜਾਂ ਆਪਣੀ ਕੋਈ ਵੀ ਚੀਜ਼ ਵੇਚਦੀ। ਗਿਵਨ ਦਾ ਸੇਮ ਲੈਵਲ ਆਫ ਫਿਜ਼ੀਕਲ ਡੈਫੀਸਿਟ, ਏ ਹਾਇਰ ਰੈਵਨਿਊ ਡੈਫੀਸਿਟ ਇਜ਼ ਵਰਸ ਦੈਨ ਲੋਅਰ when because it implies at higher repayment
ਬਰਡਨ ਇਨ ਫਿਊਚਰ ਨੋਟ ਮੈਚ ਬਾਈ ਡੈਫੀਸਿਟ ਬਾਈ ਇਨਵੈਸਟਮੈਂਟ। ਇਹ ਤੁਹਾਨੂੰ ਕੱਲ੍ਹ ਟੋਪਿਕ ਸਮਝਾ ਜੂਗਾ। ਇਹ ਫਿਜ਼ੀਕਲ ਡੈਫੀਸਿਟ ਦੇ ਵਿੱਚ ਕੀ ਆ ਜਾਂਦਾ ਵੈ ਕੀ ਕਹਿੰਦੇ ਨੇ ਰਿਵੈਨਿਊ ਡੈਫੀਸਿਟ ਦਾ ਕੀ ਇਫੈਕਟ ਪੈਂਦਾ ਵੈ, ਇਹਦੇ ਨਾਲ ਆਪਣੀ ਹਾਈ ਬਰਡਨ ਪੈ ਜਾਂਦੀ ਹੈ। ਰਿਵੈਨਿਊ ਡੈਫੀਸਿਟ ਜਦੋਂ ਆ ਜਾਂਦਾ ਤਾਂ ਆਪਾਂ ਕੀ ਲੈ ਲਿਆ, ਜਦੋਂ ਪੈਸਾ ਉਧਾਰ ਲੈ ਲੈਂਦੇ ਹਾਂ ਤਾਂ ਇਹ ਪੈਸਾ ਉਧਾਰ ਲਿੱਤਾ ਹੋਇਆ ਪੈਸਾ ਕਿਹਨੂੰ ਚੁਕਾਉਣਾ ਪਊਗਾ, ਇਨ ਫਿਊਚਰ। ਫਿਊਚਰ ਦੇ ਵਿੱਚ ਬਰਡਨ ਚਲੀ ਜਾਂਦੀ ਹੈ। ਨੋਟ ਮੈਚ ਬਾਈ ਬੈਨੀਫਿਟ ਐਜ਼ ਵਾਵਾ ਇਨਵੈਸਟਮੈਂਟ। ਇਹਨਾਂ ਨਾਲ ਤਾਂ ਇਨਵੈਸਟਮੈਂਟ ਦੇ ਵਿੱਚ ਕੋਈ ਇੰਕਰੀਜ਼ ਹੁੰਦੀ ਹੈ, ਨਾਲ ਮੈਚ ਕਰਦੀ ਹੈ, ਤੇ ਜਦੋਂ ਜਿਹੜਾ ਵੀ ਆਪਾਂ ਘੱਟ ਆਈ ਜਾਂਦਾ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਕੀ ਹੈ, ਬਰਡਨ ਪਾ ਰਹੀ ਹੈ। ਰਿਮੀਡੀਅਲ ਮੈਜ਼ਰ ਕੀ ਆ ਜਾਊਗਾ, ਇਹ ਹਾਇਰ ਰਿਵੈਨਿਊ ਡੈਫੀਸਿਟ ਵਾਰਨ ਦਾ ਗਵਰਨਮੈਂਟ ਆਈਦਰ ਟੂ ਕੰਟਰੋਲ ਇਟ ਐਕਸਪੈਂਡੀਚਰ ਔਰ ਇੰਕਰੀਜ਼ ਇਟ ਟੈਕਸ ਐਂਡ ਨੋਨ ਟੈਕਸ ਰਿਸਿਪਟ। ਤਾਂ ਇਹਦੇ ਨਾਲ ਕੀ ਆ ਜਾਊਗਾ ਕਿ ਗਵਰਨਮੈਂਟ ਨੂੰ ਫਿਰ ਵਾਰਨ ਕਰਦੀ ਹੈ ਕਿ ਜਾਂ ਤਾਂ ਉਹ ਆਪਣੇ ਟੈਕਸ ਨੂੰ ਇੰਕਰੀਜ਼ ਕਰਨ ਜਾਂ ਆਪਣੇ ਨੋਨ ਟੈਕਸ ਰਿਸਿਪਟ ਨੂੰ ਕੀ ਹੈ, ਵਧਾ ਦੇਣ। ਗਵਰਨਮੈਂਟ ਸ਼ੁੱਡ ਰੇਜ਼, ਤਾਂ ਗਵਰਨਮੈਂਟ ਕੋਲ ਇੱਕੋ ਸੋਰਸਿਸ ਰਹਿ ਜਾਊਗਾ, ਗਵਰਨਮੈਂਟ ਦੀ ਰੈਵਨਿਊ ਰਿਸਿਪਟ ਤਾਂ ਸਿਰਫ ਟੈਕਸ ਤੋਂ ਹੀ ਬਣਦੀ ਹੈ, ਤਾਂ ਮਜਬੂਰ ਹੋ ਕੇ ਗਵਰਨਮੈਂਟ ਦੇ ਜਦੋਂ ਐਕਸਪੈਂਡੀਚਰ ਜ਼ਿਆਦਾ ਹੋ ਜਾਂਦੇ ਨੇ, ਰੈਵਨਿਊ ਐਕਸਪੈਂਡੀਚਰ ਜ਼ਿਆਦਾ ਹੋ ਗਈ ਰਿਸਿਪਟ ਨਾਲੋਂ, ਤਾਂ ਗਵਰਨਮੈਂਟ ਨੂੰ ਰੈਵਨਿਊ ਰਿਸਿਪਟ ਵਧਾਉਣ ਦੇ ਲਈ ਆਪਣੇ ਟੈਕਸ ਨੂੰ ਕੀ ਕਰਨਾ ਪਊਗਾ, ਵਧਾਉਣਾ ਪਏਗਾ। ਰਿਚ ਪਰਸਨਸ ਤੇ ਵੱਧ ਲੱਗੇਗਾ ਐਂਡ ਨਿਊ ਟੈਕਸ ਵਾਰ ਪੋਸੀਬਲ, ਤੇ ਨਵੇਂ ਟੈਕਸ ਲਗਾਉਣੇ ਸ਼ੁਰੂ ਹੋ ਜਾਣਗੇ। ਦੂਸਰਾ, ਗਵਰਨਮੈਂਟ ਸ਼ੁੱਡ ਟਰਾਈ ਟੂ ਰਿਡਿਊਸ ਇਟ ਐਕਸਪੈਂਡੀਚਰ। ਗਵਰਨਮੈਂਟ ਆਪਣੇ ਖਰਚੇ ਘਟਾਉਣ ਦੀ ਕੋਸ਼ਿਸ਼ ਕਰੂਗੀ, ਸੈਲਰੀ ਘਟਾਊਗੀ ਜਾਂ ਪੈਨਸ਼ਨ ਦੇਣੀ ਘਟਾ ਦੇਗੀ ਜਾਂ ਸਕੋਲਰਸ਼ਿਪ ਬੰਦ ਕਰੇਗੀ ਜਾਂ ਹੋਰ ਜਿਹੜੇ ਖਰਚ ਕਰਦੀ ਗਵਰਨਮੈਂਟ ਉਹਨਾਂ ਨੂੰ ਰਿਡਿਊਸ ਕਰ ਦੇਗੀ। ਦੋ ਹੀ ਤਰੀਕੇ ਰਹਿ ਜਾਣਗੇ ਗਵਰਨਮੈਂਟ ਦੇ ਕੋਲ ਰਿਵੈਨਿਊ ਡੈਫੀਸਿਟ ਨੂੰ ਸਹੀ ਕਰਨ ਦੇ ਲਈ, ਜਾਂ ਤਾਂ ਗਵਰਨਮੈਂਟ ਟੈਕਸ ਵਧਾ ਦੇਗੀ ਜਾਂ ਗਵਰਨਮੈਂਟ ਆਪਣੇ ਐਕਸਪੈਂਡੀਚਰ ਘਟਾ ਦੇਗੀ। ਠੀਕ ਹੈ, ਉਹ ਤੁਹਾਨੂੰ ਕਲੀਅਰ ਹੀ ਐਕਸਪੈਂਡੀਚਰ ਹੁੰਦੇ ਕਿਹੜੇ ਕਿਹੜੇ ਨੇ। ਇੰਪਲੀਕੇਸ਼ਨਸ ਕਿਹੜੇ ਆ ਜਾਣਗੇ, ਇਹਦੇ ਇਫੈਕਟ ਕੀ ਪੈਣਗੇ। ਸਿੰਪਲੀ ਪੁੱਟ ਰਿਵੈਨਿਊ ਡੈਫੀਸਿਟ ਮੀਨ ਸਪੈਂਡਿੰਗ ਬਾਇੰਡ ਦਿਸ ਮੀਨਸ ਦਿਸ ਰਿਜ਼ਲਟ ਇਨ ਬੋਰੋ। ਕੀ ਹੋ ਜਾਏਗਾ ਕਿ ਇਹਦਾ ਇਫੈਕਟ ਕੀ ਪਊਗਾ ਕਿ ਸਾਨੂੰ ਪੈਸਾ ਉਧਾਰ ਲੈਣਾ ਪਏਗਾ। ਲੋਨ ਆਰ ਪੇਡ ਬੈਕ ਵਿਦ ਇੰਟਰਸਟ, ਲੋਨ ਸਾਨੂੰ ਇੰਟਰਸਟ ਦੇ ਸਣੇ ਚੁਕਾਉਣਾ ਪਏਗਾ। ਦਿਸ ਇੰਕਰੀਜ਼ ਰਿਵੈਨਿਊ ਐਕਸਪੈਂਡੀਚਰ ਲੀਡਿੰਗ ਟੂ ਗ੍ਰੇਟਿੰਗ ਰਿਵੈਨਿਊ ਡੈਫੀਸਿਟ। ਇਹਦੇ ਨਾਲ ਤਾਂ ਆਪਣਾ ਐਕਸਪੈਂਡੀਚਰ ਹੋਰ ਜ਼ਿਆਦਾ ਵੱਧਦਾ ਜਾਏਗਾ, ਲੋਨ ਵਧੀ ਜਾਊਗਾ। ਜੇ ਲੋਨ ਆਪਾਂ ਲਈ ਜਾਵਾਂਗੇ ਇੰਟਰਸਟ ਵਧੀ ਜਾਊਗਾ, ਸਾਡਾ ਡੈਫੀਸਿਟ ਜਿਹੜਾ ਹੈਗਾ ਰਿਵੈਨਿਊ ਉਹ ਹੋਰ ਜ਼ਿਆਦਾ ਇੰਕਰੀਜ਼ ਹੁੰਦਾ ਜਾਏਗਾ। ਤਾਂ ਇਹਦੇ ਕੀ ਇੰਪਲੀਕੇਸ਼ਨਸ ਪੈਣਗੇ, ਕੀ ਪ੍ਰਭਾਵ ਪੈਣਗੇ। ਰਿਡਕਸ਼ਨ ਆਫ ਐਸੈਟਸ, ਗਵਰਨਮੈਂਟ ਨੂੰ ਆਪਣੀ ਪ੍ਰੋਪਰਟੀਜ਼ ਵੇਚਣੀਆਂ ਪੈਣਗੀਆਂ। ਉਧਾਰ ਜੇ ਚੜੀ ਜਾਊਗਾ ਤਾਂ ਮਜਬੂਰ ਹੋ ਕੇ ਗਵਰਨਮੈਂਟ ਨੂੰ ਆਪਣੇ ਪ੍ਰੋਪਰਟੀਜ਼ ਕੀ ਹੈ, ਵੇਚਣੀਆਂ ਪੈਣਗੀਆਂ। ਠੀਕ ਹੈ, ਇਹ ਪੁਆਇੰਟ ਤੁਸੀਂ ਪੜ੍ਹ ਲਿਓ ਇਹਦੇ 'ਚ। ਠੀਕ ਹੈ, ਐਕਸਪਲੇਨੇਸ਼ਨ ਸਿੰਪਲ ਹੀ ਹੈ। ਦੂਸਰਾ ਕੀ ਆ ਜਾਊਗਾ, ਇਨਫਲੇਸ਼ਨਰੀ ਸਿਚੁਏਸ਼ਨ। ਉਸ ਜਿੰਨਾ ਜ਼ਿਆਦਾ ਪੈਸਾ ਆਪਾਂ ਉਧਾਰ ਲਈ ਚੱਲਾਂਗੇ ਤਾਂ ਉਨਾ ਜ਼ਿਆਦਾ ਕੀ ਹੈ ਗਵਰਨਮੈਂਟ 'ਤੇ ਕੀ ਹੈ ਬਰਡਨ ਵੱਧਦੀ ਜਾਏਗੀ। ਇਕੋਨਮੀ ਦੇ ਵਿੱਚ ਇਨਫਲੇਸ਼ਨਰੀ ਆਏਗੀ, ਯਾਨੀ ਕਿ ਪ੍ਰਾਈਸਿਸ ਕੀ ਹੈ ਡੇ ਟੂ ਡੇ ਕੀ ਹੈ ਇੰਕਰੀਜ਼ ਹੁੰਦੀਆਂ ਜਾਣਗੀਆਂ। ਠੀਕ ਹੈ, ਤਾਂ ਗਵਰਨਮੈਂਟ ਨੂੰ ਕੀ ਹੋਏਗਾ, ਖਰਚ ਜਦੋਂ ਜ਼ਿਆਦਾ ਹੋ ਜਾਂਦਾ ਤਾਂ ਗਵਰਨਮੈਂਟ ਨੂੰ ਖਰਚ ਘਟਾਉਣ ਦੇ ਲਈ, ਚੀਜ਼ਾਂ ਦੀ ਡਿਮਾਂਡ ਨੂੰ ਘਟਾਉਣ ਦੇ ਲਈ ਕੀ ਹੈ ਗਵਰਨਮੈਂਟ ਨੂੰ ਪ੍ਰਾਈਸ ਵਗੈਰਾ ਵਧਾਉਣੇ ਪੈਣਗੇ। ਠੀਕ ਹੈ, ਥਰਡ ਪੁਆਇੰਟ ਕੀ ਪੈ ਜਾਏਗਾ, ਮੋਰ ਰਿਵੈਨਿਊ ਡੈਫੀਸਿਟ ਲਾਰਜ। ਗਵਰਨਮੈਂਟ ਨੂੰ ਕੀ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੀ ਹੈ ਪੈਸਾ ਉਧਾਰ ਲੈਣਾ ਪਵੇਗਾ, ਤੇ ਜਿਹਦੇ ਨਾਲ ਕੀ ਹੋਏਗਾ ਵਿਦ ਡੈਪਟ ਬਰਡਨ, ਆਪਣੇ ਤੇ ਡੈਪਟ ਬਰਡਨ ਵੱਧ ਜਾਏਗੀ। ਡਿਊ ਟੂ ਰਿਪਲੇਸਮੈਂਟ ਲਾਇਬਿਲਿਟੀ ਐਂਡ ਇੰਟਰਸਟ ਪੇਮੈਂਟ, ਜਿਹਦੇ ਨਾਲ ਆਪਣੀ ਲਾਇਬਿਲਿਟੀ ਵੀ ਕ੍ਰੀਏਟ ਹੋਏਗੀ, ਮਤਲਬ ਕਿ ਪੈਸਾ ਵੱਧ ਵਾਪਸ ਕਰਨਾ ਪਊਗਾ ਤੇ ਸਾਡਾ ਇੰਟਰਸਟ ਵੀ ਵਧੂਗਾ। ਦਿਸ ਮੇ ਲੀਡ ਟੂ ਲਾਰਜ ਰਿਵੈਨਿਊ ਡੈਫੀਸਿਟ ਇਨ ਫਿਊਚਰ। ਤੇ ਫਿਊਚਰ ਦੇ ਵਿੱਚ ਹੋਰ ਜ਼ਿਆਦਾ ਕੀ ਹੈ ਘਾਟਾ ਹੁੰਦਾ ਹੀ ਜਾਏਗਾ। ਆਪਾਂ ਤਾਂ ਹੀ ਕਹਿੰਦੇ ਨਾ ਘਰ ਦੇ ਵਿੱਚ ਵੀ ਉਨਾ ਹੀ ਪੈਸਾ ਕਰੋ ਕਿ ਉਧਾਰ ਲੈ ਕੇ ਨਾ ਖਾਓ, ਜਿੰਨਾ ਹੈਗਾ ਉਨਾ ਹੀ ਖਾ ਲਓ, ਕਿਉਂਕਿ ਇਹਦੀ ਬਰਡਨ ਫਿਰ ਆਉਣ ਵਾਲੀ ਜਨਰੇਸ਼ਨ ਤੇ ਪਈ ਜਾਊਗੀ। ਹੋਰ ਜਦੋਂ ਆਪਣੇ ਖਰਚੇ ਵਧੀ ਜਾਣਗੇ ਇਨਕਮ ਆਪਣੇ ਕੋਲ ਨਹੀਂ ਹੈਗੀ ਤਾਂ ਆਪਣੇ ਕੀ ਹੈ ਆਪਣਾ ਬਰਡਨ ਵੱਧਦਾ ਜਾਊਗਾ ਤੇ ਡੈਫੀਸਿਟ ਕੀ ਹੈ ਹੋਰ ਜ਼ਿਆਦਾ ਇੰਕਰੀਜ਼ ਹੁੰਦਾ ਜਾਏਗਾ। ਆਈ ਹੋਪ ਕਿ ਤੁਹਾਨੂੰ ਸਭ ਨੂੰ ਕੀ ਹੈ ਸਮਝ ਆ ਗਈ ਹੋਏਗੀ। ਠੀਕ ਹੈ, ਇਹ ਸੀਗੇ ਤੁਹਾਡੇ ਗਵਰਨਮੈਂਟ ਬਜਟ ਦੇ ਵਿੱਚ ਇਹਦੇ ਕੰਪੋਨੈਂਟਸ। ਕਲੀਅਰ, ਕੰਪੋਨੈਂਟਸ ਕਹਿ ਰਹੀ ਹੈ ਟਾਈਪਸ ਸੀਗੇ ਬਜਟ ਡੈਫੀਸਿਟ ਦੇ। ਠੀਕ ਹੈ।